ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਅੱਜ ਫਿਰ ਮੈਨੂੰ ਰੀਨਾ ਦੀ ਯਾਦ ਆ ਗਈ। ਕਹਿੰਦੀ ਸੀ ਇਹ ਸਾਥ ਜ਼ਿੰਦਗੀ ਭਰ ਦਾ ਹੈ, ਪਰ ਉਹ ਤਾਂ ਧੋਖੇਬਾਜ਼ ਨਿਕਲੀ। ਵਿੱਚ ਰਸਤੇ ਦੇ ਛੱਡ ਮੈਨੂੰ ਤੁਰ ਗਈ ਉਸ ਰੱਬ ਦੇ ਘਰ ਨੂੰ। ਮੇਰੇ ਕੋਲ ਛੱਡ ਗਈ ਸਾਡੇ ਪੈਰ ਦੀ ਨਿਸ਼ਾਨੀ, ਨੀਰਜ ਨੂੰ। ਮੇਰਾ ਨਾਮ ਮਨੋਜ ਹੈ। ਉਸ ਸਮੇਂ ਮੈਂ ਖੁਦ ਨੂੰ ਬਹੁਤ ਬੇਬਸ ਮਹਿਸੂਸ ਕਰ ਰਿਹਾ ਸੀ। ਜਦ ਆਪਣੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਦੇ ਲਈ ਵੀ ਮੈਂ ਕੁਝ ਨਹੀਂ ਕਰ ਪਾ ਰਿਹਾ ਸੀ। ਕੁਝ ਕੁ ਦਿਨਾਂ ਦਾ ਹੀ ਸੀ ਨੀਰਜ, ਕਿਉਂਕਿ ਛੋਟੇ ਜਿਹੇ ਬੱਚੇ ਨੂੰ ਉਸ ਵਕਤ ਪਿਓ ਦੇ ਨਹੀਂ, ਮਾਂ ਦੀ ਮਮਤਾ ਦੀ ਜ਼ਰੂਰਤ ਹੁੰਦੀ ਹੈ। ਇਹ ਸੋਚ ਕੇ ਮੈਂ ਦੂਜਾ ਵਿਆਹ ਕਰਾ ਲਿਆ, ਕਿਉਂਕਿ ਇੱਕ ਪਾਸੇ ਕਾਰੋਬਾਰ ਨੂੰ ਸੰਭਾਲਣ ਦੀ ਗੱਲ ਤੇ ਦੂਜੇ ਪਾਸੇ ਬੱਚੇ ਨੂੰ ਦੇਖਣਾ ਬੜਾ ਔਖਾ ਸਮਾਂ ਸੀ ਮੇਰੇ ਲਈ। ਕਿਉਂਕਿ ਇੱਕ ਰਿਸ਼ਤੇ ਤੋਂ ਨਿਕਲ ਕੇ ਦੂਜੇ ਨੂੰ ਦਿਲੋਂ ਅਪਣਾਉਣਾ ਸੌਖਾ ਨਹੀਂ ਹੁੰਦਾ, ਇਹ ਸਿਰਫ ਮੈਂ ਹੀ ਜਾਣਦਾ ਸੀ। ਪਰ ਜਿੱਦਾਂ ਕਿਤੇ ਵਕਤ ਗੁਜ਼ਰਦਾ ਗਿਆ ਤੇ ਮੈਂ ਸਪਤਾ ਦੇ ਨਾਲ ਪਿਆਰ ਕਰਦਾ ਗਿਆ। ਸਪਤਾ ਵੀ ਮੈਨੂੰ ਸਮਝਣਾ ਸ਼ੁਰੂ ਹੋ ਗਈ ਸੀ। ਉਹ ਵੀ ਸਾਡੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ। ਤਾਂ ਸਾਡੇ ਘਰ ਇੱਕ ਹੋਰ ਕਾਕੇ ਨੇ ਜਨਮ ਲਿਆ, ਜਿਸ ਨੂੰ ਅਸੀਂ ਪਿਆਰ ਦੇ ਨਾਲ ਸ਼ੇਖਰ ਕਹਿਣ ਲੱਗ ਪਏ। ਸ਼ੇਖਰ ਬਚਪਨ ਤੋਂ ਹੀ ਬੜਾ ਸ਼ਰਾਰਤੀ, ਆਪਣੇ ਮਨ ਦੀ ਕਰਨ ਵਾਲਾ ਤੇ ਕਦੇ ਕਿਸੇ ਦਾ ਕਹਿਣਾ ਮੰਨਣ ਵਾਲਾ ਨਹੀਂ ਸੀ। ਅਸੀਂ ਸੋਚਿਆ ਸ਼ਾਇਦ ਵੱਡਾ ਹੋ ਜਾਏਗਾ ਤਾਂ ਇਸ ਦੇ ਸੁਭਾਅ ਦੇ ਵਿੱਚ ਫਰਕ ਪੈ ਜਾਵੇ। ਨਹੀਂ, ਸ਼ੇਖਰ ਜਿੱਦਾਂ ਬਚਪਨ ਦੇ ਵਿੱਚ ਸੀ ਉਸੇ ਤਰ੍ਹਾਂ ਦਾ ਸੁਭਾਅ ਉਸਦਾ ਅੱਗੇ ਵੀ ਬਰਕਰਾਰ ਰਿਹਾ। ਦੂਜੇ ਪਾਸੇ ਨੀਰਜ ਇੱਕ ਆਗਿਆਕਾਰੀ, ਹਮੇਸ਼ਾ ਵੱਡਿਆਂ ਦਾ ਆਦਰ, ਛੋਟਿਆਂ ਨਾਲ ਪਿਆਰ, ਮਿੱਠੇ ਸੁਭਾਅ ਦਾ ਮਾਲਕ ਸੀ। ਉਹ ਦੂਜਿਆਂ ਦੇ ਦੁੱਖ ਨੂੰ ਸਮਝਦਾ ਸੀ। ਆਪਣੀ ਮਾਂ ਦੇ ਨਾਲ ਉਸਦਾ ਪਿਆਰ ਦਿਖਦਾ ਸੀ। ਬੇਸ਼ੱਕ ਉਹ ਉਸਦੀ ਸਕੀ ਮਾਂ ਨਹੀਂ ਸੀ, ਪਰ ਇਸ ਗੱਲ ਤੋਂ ਕੋਈ ਪਰਹੇਜ਼ ਨਹੀਂ ਕਿ ਨੀਰਜ ਆਪਣੀ ਮਾਂ ਦੀ ਇੱਜ਼ਤ ਦਿਲੋਂ ਕਰਦਾ ਸੀ। ਤੇ ਦੂਜੇ ਪਾਸੇ ਸਪਤਾ ਵੀ ਨੀਰਜ ਨੂੰ ਆਪਣੇ ਪੁੱਤਰ ਨਾਲੋਂ ਘੱਟ ਨਹੀਂ ਕਰਦੀ। ਸਾਡੇ ਚਾਰਾਂ ਤੋਂ ਇਲਾਵਾ ਮੇਰੇ ਘਰ ਦੇ ਵਿੱਚ ਮੇਰਾ ਸਭ ਤੋਂ ਖਾਸ ਰਮੇਸ਼ ਰਹਿੰਦਾ ਸੀ, ਜਿਸਨੇ ਕਦੇ ਸਾਡੇ ਪਰਿਵਾਰ ਦੇ ਨਾਲ ਕੋਈ ਗੱਦਾਰੀ ਨਹੀਂ ਕੀਤੀ। ਛੋਟੇ ਹੁੰਦਿਆਂ ਦੇ ਸਮੇਂ ਤੋਂ ਹੀ ਉਹ ਸਾਡੇ ਘਰ ਦੀ ਰਸੋਈ ਤੇ ਦੂਜੇ ਹੋਰ ਕੰਮਾਂ ਨੂੰ ਦੇਖਦਾ ਸੀ। ਉਸਦਾ ਆਪਣਾ ਤਾਂ ਕੋਈ ਨਹੀਂ, ਬਸ ਸਾਡੇ ਪਰਿਵਾਰ ਦੇ ਨਾਲ ਹੀ ਆਪਣੇ ਦੁੱਖ ਸੁੱਖ ਵੰਡ ਲੈਂਦਾ। ਮੇਰੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਦਵਾਈ ਤੱਕ ਦਾ ਉਸਨੂੰ ਪਤਾ ਸੀ। ਇੱਕ ਵਫਾਦਾਰ ਤੋਂ ਕਿਤੇ ਵੱਧ ਸੀ ਉਹ ਮੇਰੇ ਲਈ। ਮੈਨੂੰ ਆਪਣੇ ਬਿਜ਼ਨਸ ਦੀ ਚਿੰਤਾ ਹੋਣ ਲੱਗ ਪਈ ਸੀ, ਕਿਉਂਕਿ ਉਮਰ ਦੇ ਨਾਲ ਨਾਲ ਹੁਣ ਜ਼ਿੰਮੇਦਾਰੀਆਂ ਤੋਂ ਫ੍ਰੀ ਹੋਣਾ ਚਾਹੁੰਦਾ ਸੀ ਮੈਂ, ਪਰ ਡਰਦਾ ਸੀ ਜ਼ਿੰਮੇਦਾਰੀ ਚੁੱਕਣ ਲਈ ਕਿ ਮੇਰੇ ਬੱਚੇ ਤਿਆਰ ਹਨ ਕਿ ਨਹੀਂ। ਇੱਕ ਦਿਨ ਮੈਂ ਆਪਣੇ ਦਿਲ ਦੀ ਗੱਲ ਸਪਤਾ ਦੇ ਨਾਲ ਕਰਦਾ ਕਿ ਮੈਨੂੰ ਇਹਨਾਂ ਸਭ ਚੀਜ਼ਾਂ ਤੋਂ ਛੁੱਟੀ ਚਾਹੀਦੀ ਹੈ। ਨੀਰਜ ਨਾਲ ਗੱਲ ਕਰ, ਉਸਨੂੰ ਇਸ ਦੀ ਜ਼ਿੰਮੇਦਾਰੀ ਦਿੱਤੀ ਜਾਵੇ। ਪਰ ਸਪਤਾ ਦਾ ਕਹਿਣਾ ਸੀ ਕਿ ਜ਼ਿੰਮੇਦਾਰੀ ਦੇਣ ਤੋਂ ਪਹਿਲਾਂ ਇੱਕ ਵਾਰ ਬੱਚਿਆਂ ਕੋਲੋਂ ਪੁੱਛ ਲਓ। ਨੀਰਜ ਦੇ ਨਾਲ ਮੈਂ ਗੱਲ ਕੀਤੀ ਤਾਂ ਉਹ ਰਾਜ਼ੀ ਹੋ ਗਿਆ। ਦੂਜੇ ਪਾਸੇ ਰਿਹਾ ਸ਼ੇਖਰ। ਉਸਨੂੰ ਆਪਣੀ ਮਸਤੀ ਮੌਜ ਬਹਾਰਾਂ, ਦੋਸਤਾਂ ਤੋਂ ਫੁਰਸਤ ਮਿਲੇ ਤਾਂ ਉਹ ਕਿਸੇ ਹੋਰ ਕੰਮ ਦੇ ਵਿੱਚ ਹੱਥ ਵੰਡਾਵੇ। ਸ਼ੇਖਰ ਦੀਆਂ ਗਲਤ ਹਰਕਤਾਂ ਵੱਧਦੀਆਂ ਹੀ ਜਾ ਰਹੀਆਂ ਸਨ। ਘਰ ਲੇਟ ਆਉਣਾ, ਸ਼ਰਾਬ ਪੀਣਾ ਤੇ ਕਈ ਤਰ੍ਹਾਂ ਦੇ ਨਸ਼ਿਆਂ ਦੀ ਲੱਤ ਲੱਗ ਗਈ ਸੀ ਉਸਨੂੰ। ਬਹੁਤ ਵਾਰ ਕੋਸ਼ਿਸ਼ ਕੀਤੀ ਉਸਨੂੰ ਰੋਕਣ ਦੀ, ਪਰ ਇਸ ਦਲਦਲ ਦੇ ਵਿੱਚੋਂ ਉਸਨੂੰ ਬਾਹਰ ਕੱਢ ਪਾਉਣਾ ਬਹੁਤ ਔਖਾ ਸੀ। ਨੀਰਜ ਨੂੰ ਇਸ ਗੱਲ ਦਾ ਪਤਾ ਸੀ। ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿ ਸ਼ੇਖਰ ਨਾਲ ਗੱਲ ਕਰ, ਕਾਰੋਬਾਰ ਦੇ ਵਿੱਚ ਹੱਥ ਵੰਡਾਉਣ ਦੀ, ਪਰ ਸ਼ੇਖਰ ਹਰ ਵਾਰ ਅਣਸੁਣਿਆ ਕਰ ਦਿੰਦਾ। ਉਸਦੇ ਮੂੰਹੋਂ ਨਿਕਲੇ ਬੋਲ ਸਭ ਦੇ ਦਿਲਾਂ ਨੂੰ ਜ਼ਖਮੀ ਕਰ ਦਿੰਦੇ। ਸ਼ੇਖਰ ਨੂੰ ਬਸ ਆਪਣੀ ਆਜ਼ਾਦੀ, ਅਯਾਸ਼ੀ ਤੇ ਪੈਸਾ ਪਿਆਰਾ ਸੀ, ਜਿਸ ਕਰਕੇ ਪਰਿਵਾਰ ਵਾਲੇ ਸਭ ਉਸ ਤੋਂ ਪਰੇਸ਼ਾਨ ਸਨ। ਸਪਤਾ ਚਾਹੁੰਦੀ ਸੀ ਕਿ ਉਸਦਾ ਪੁੱਤਰ ਵੀ ਆਪਣੇ ਪਿਓ ਦੇ ਨਾਲ ਹੱਥ ਵੰਡਾਵੇ, ਆਪਣੇ ਪੈਰਾਂ ਤੇ ਖੜਾ ਹੋ ਜਾਵੇ, ਪਰ ਕੋਈ ਹੱਲ ਨਹੀਂ ਨਿਕਲਿਆ ਉਸਨੂੰ ਠੀਕ ਕਰਨ ਦਾ। ਇੱਕ ਦਿਨ ਸਪਤਾ ਤੇ ਉਸਦਾ ਵੱਡਾ ਬੇਟਾ ਨੀਰਜ ਕਿਸੇ ਕੰਮ ਦੇ ਲਈ ਬਾਹਰ ਜਾ ਰਹੇ ਹੁੰਦੇ ਨੇ ਕਿ ਅਚਾਨਕ ਰਸਤੇ ਦੇ ਵਿੱਚ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਹਸਪਤਾਲ ਜਾਂਦੇ ਸਮੇਂ ਸਪਤਾ ਦਮ ਤੋੜ ਦਿੰਦੀ ਹੈ ਤੇ ਨੀਰਜ ਕਈ ਦਿਨ ਤੱਕ ਬੇਹੋਸ਼ ਰਹਿੰਦਾ ਹੈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੁਝ ਇੱਕਦਮ ਕਿੱਦਾਂ ਹੋ ਗਿਆ। ਮੇਰੀ ਵਹੁਟੀ ਮਰ ਗਈ, ਮੁੰਡਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਸ ਸਮੇਂ। ਮੈਂ ਜਿੱਥੇ ਅੱਜ ਤੋਂ 24 ਸਾਲ ਪਹਿਲਾਂ ਸੀ, ਉਹੀ ਭਾਣਾ ਮੇਰੇ ਨਾਲ ਇੱਕ ਵਾਰ ਫਿਰ ਤੋਂ ਵਾਪਰ ਗਿਆ। ਮੈਨੂੰ ਸ਼ੱਕ ਸੀ ਕਿ ਇਹ ਸਭ ਕੁਝ ਦੇ ਪਿੱਛੇ ਸ਼ਾਇਦ ਕਿਸੇ ਦਾ ਹੱਥ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਸਭ ਕੁਝ ਸਮਝ ਸਕਾਂ, ਨੀਰਜ ਨੂੰ ਹੋਸ਼ ਦੇ ਵਿੱਚ ਆਏ ਕਈ ਦਿਨ ਬੀਤ ਗਏ ਸਨ। ਦੂਜੇ ਪਾਸੇ ਉਸਦੀ ਮਾਂ ਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਗਿਆ।
ਪਰ ਨੀਰਜ ਅਜੇ ਵੀ ਹਸਪਤਾਲ ਦੇ ਵਿੱਚ ਹੀ ਸੀ। ਉਹਨਾਂ ਦਿਨਾਂ ਦੇ ਵਿੱਚ ਕਾਰੋਬਾਰ ਨੂੰ ਸੰਭਾਲਣਾ ਮੇਰੇ ਲਈ ਔਖਾ ਸੀ। ਦੂਜੇ ਪਾਸੇ ਸ਼ੇਖਰ ਦੀਆਂ ਆਦਤਾਂ ਵਿਗੜਦੀਆਂ ਗਈਆਂ। ਮਨ ਹੀ ਮਨ ਦੇ ਵਿੱਚ ਸੋਚਦਾ ਕਿ ਕਾਸ਼ ਬਚਪਨ ਦੇ ਵਿੱਚ ਹੀ ਇਸ ਨੂੰ ਸੰਭਾਲ ਲੈਂਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ। ਕਰੀਬ 15 ਦਿਨਾਂ ਬਾਅਦ ਨੀਰਜ ਨੂੰ ਹੋਸ਼ ਆਉਂਦੀ ਹੈ ਤੇ ਉਹ ਸੁਣ ਖੁਦ ਸਦਮੇ ਦੇ ਵਿੱਚ ਚਲਾ ਜਾਂਦਾ ਹੈ ਕਿ ਉਸ ਹਾਦਸੇ ਦੇ ਵਿੱਚ ਉਸ ਦੀ ਮਾਂ ਚਲੀ ਗਈ ਤੇ ਉਸ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ। ਜਿੱਦਾਂ ਕਿਤੇ ਸਮਾਂ ਨਿਕਲਦਾ ਗਿਆ, ਨੀਰਜ ਨੇ ਖੁਦ ਨੂੰ ਆਪਣੇ ਪਿਤਾ ਨੂੰ ਇਸ ਵਕਤ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਨੀਰਜ ਦੁਬਾਰਾ ਤੋਂ ਦਫ਼ਤਰ ਦਾ ਕੰਮ ਦੇਖਣ ਲੱਗਾ ਤੇ ਸ਼ੇਖਰ ਆਪਣੇ ਨਸ਼ਿਆਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਗੁਆਚਿਆ ਰਿਹਾ। ਦੂਜੇ ਪਾਸੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਿਰਕਾਰ ਉਸ ਦੇ ਪਰਿਵਾਰ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ। ਮੈਂ ਹਰ ਵਕਤ ਪਰੇਸ਼ਾਨ ਪਰ ਦਿਲ ਦੀ ਗੱਲ ਕਿਸੇ ਨਾਲ ਨਹੀਂ ਕਰ ਸਕਦਾ ਸੀ, ਕਿਉਂਕਿ ਨੀਰਜ ਦੇ ਉੱਪਰ ਤਾਂ ਪਹਿਲਾਂ ਹੀ ਬੜੀਆਂ ਜ਼ਿੰਮੇਵਾਰੀਆਂ ਸਨ। ਇੱਕ ਦਿਨ ਆਪਣੀਆਂ ਇਹਨਾਂ ਸੋਚਾਂ ਦੇ ਵਿੱਚ ਗੁਆਚਿਆ ਬੈਠਾ ਹੀ ਸੀ ਕਿ ਮੇਰੇ ਦਿਲ ਦੇ ਵਿੱਚ ਦਰਦ ਹੋਈ ਤਾਂ ਮੈਂ ਕਦੋਂ ਆਪਣੇ ਬਿਸਤਰੇ ਤੋਂ ਜ਼ਮੀਨ ਤੇ ਡਿੱਗ ਗਿਆ, ਮੈਨੂੰ ਪਤਾ ਹੀ ਨਹੀਂ ਚੱਲਿਆ। ਉਸ ਵਕਤ ਘਰ ਦੇ ਵਿੱਚ ਸਿਰਫ ਰਮੇਸ਼ ਸੀ। ਰਮੇਸ਼ ਨੇ ਮੈਨੂੰ ਇਸ ਹਾਲਤ ਦੇ ਵਿੱਚ ਦੇਖ ਡਾਕਟਰ ਨੂੰ ਫੋਨ ਕੀਤਾ ਤੇ ਪਤਾ ਚੱਲਦਾ ਹੈ ਕਿ ਮੈਂ ਵੀ ਕੋਮਾ ਦੇ ਵਿੱਚ ਚਲਾ ਗਿਆ ਸਾਂ। ਡਾਕਟਰ ਦਾ ਕਹਿਣਾ ਸੀ ਕਿ ਕਦ ਮੈਂ ਕੋਮਾ ਦੇ ਵਿੱਚੋਂ ਬਾਹਰ ਆਵਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੋ ਕੁਝ ਮੇਰੇ ਪਰਿਵਾਰ ਦੇ ਵਿੱਚ ਚੱਲ ਰਿਹਾ ਸੀ ਸ਼ਾਇਦ ਉਸ ਕਾਰਨ ਇਸ ਹਾਲਤ ਦੇ ਵਿੱਚ ਮੈਂ ਪਹੁੰਚ ਗਿਆ। ਡਾਕਟਰ ਦੇ ਕਹੇ ਮੁਤਾਬਿਕ 24 ਘੰਟਿਆਂ ਦੇ ਲਈ ਨਰਸ ਮੇਰੀ ਦੇਖ-ਰੇਖ ਦੇ ਲਈ ਰੱਖ ਦਿੱਤੀ ਜਾਂਦੀ ਹੈ। ਦੂਜੇ ਪਾਸੇ ਨੀਰਜ ਹਰ ਵੇਲੇ ਚਿੰਤਾ ਦੇ ਵਿੱਚ ਕਿ ਆਖਿਰਕਾਰ ਇਹ ਕੀ ਚੱਲ ਰਿਹਾ, ਘਰ ਦੇ ਵਿੱਚ ਇੰਨਾ ਕੁਝ ਹੋ ਰਿਹਾ ਪਰ ਫਿਰ ਵੀ ਸ਼ੇਖਰ ਨੂੰ ਕੋਈ ਫਰਕ ਨਹੀਂ ਪਿਆ। ਨਾ ਘਰ ਟਾਈਮ ਤੇ ਆਉਣਾ ਤੇ ਨਾ ਹੀ ਕਿਸੇ ਨਾਲ ਢੰਗ ਨਾਲ ਗੱਲ ਕਰਨੀ। ਆਪਣੇ ਪਿਤਾ ਦੇ ਕਮਰੇ ਵੱਲ ਤਾਂ ਜਿਵੇਂ ਉਸਨੇ ਜਾਣਾ ਹੀ ਬੰਦ ਕਰ ਦਿੱਤਾ ਸੀ, ਜਿਵੇਂ ਉਸਨੂੰ ਪਤਾ ਲੱਗ ਗਿਆ ਹੋਵੇ ਕਿ ਹੁਣ ਉਸਦੇ ਪਿਤਾ ਨੇ ਕਦੀ ਨਹੀਂ ਉੱਠਣਾ। ਸਾਰੇ ਘਰ ਦੀ ਜ਼ਿੰਮੇਵਾਰੀ ਨੀਰਜ ਤੇ ਆ ਚੁੱਕੀ ਸੀ। ਇੱਕ ਦਿਨ ਦੇਰ ਰਾਤ ਮੇਰੇ ਕਮਰੇ ਦੇ ਵਿੱਚ ਚੀਜ਼ਾਂ ਡਿੱਗਣ ਦੀ ਆਵਾਜ਼ ਆਉਂਦੀ ਹੈ। ਮੈਨੂੰ ਇਦਾਂ ਲੱਗਾ ਕਿ ਕੋਈ ਮੇਰਾ ਗਲਾ ਘੁੱਟ ਰਿਹਾ ਹੋਵੇ, ਪਰ ਮੂੰਹ ਤਾਂ ਮੇਰਾ ਬੰਦ ਸੀ ਕਿ ਅਚਾਨਕ ਮੇਰਾ ਹੱਥ ਐਮਰਜੈਂਸੀ ਬੈਲ ਤੇ ਪੈਂਦਾ ਹੈ। ਰਮੇਸ਼ ਤੇ ਨੀਰਜ ਵੀ ਭੱਜ ਕੇ ਕਮਰੇ ਵੱਲ ਦੌੜਦੇ ਨੇ ਤੇ ਉਸ ਹਮਲਾਵਰ ਨੂੰ ਦਬੋਚ ਹੀ ਲੈਂਦੇ ਨੇ ਤੇ ਜਦ ਉਸ ਨਕਾਬਪੋਸ਼ ਦੇ ਮੂੰਹ ਤੋਂ ਕੱਪੜਾ ਚੁੱਕਿਆ ਗਿਆ ਤਾਂ ਕੋਈ ਹੋਰ ਨਹੀਂ, ਮੇਰਾ ਆਪਣਾ ਪੁੱਤਰ ਸ਼ੇਖਰ ਹੀ ਸੀ। ਇਹ ਸਭ ਦੇਖ ਮੈਂ ਵੀ ਆਪਣੇ ਬਿਸਤਰ ਤੋਂ ਉੱਠ ਜਾਣਾ, ਕਿਉਂਕਿ ਕੋਮਾ ਦੇ ਵਿੱਚ ਜਾਣਾ ਸਿਰਫ ਤੇ ਸਿਰਫ ਮੇਰਾ ਡਰਾਮਾ ਸੀ। ਇਹ ਗੱਲ ਸਿਰਫ ਮੇਰੇ ਡਾਕਟਰ ਤੇ ਮੇਰੇ ਵਫਾਦਾਰ ਰਮੇਸ਼ ਨੂੰ ਪਤਾ ਸੀ, ਕਿਉਂਕਿ ਮੈਨੂੰ ਸਪਤਾ ਦੀ ਮੌਤ ਤੋਂ ਬਾਅਦ ਹੀ ਲੱਗ ਰਿਹਾ ਸੀ ਕਿ ਮੇਰੇ ਨਾਲ ਸਭ ਕੁਝ ਇੱਕਦਮ ਕਿਸ ਤਰ੍ਹਾਂ ਵਾਪਰ ਗਿਆ, ਕਿਉਂਕਿ ਨਾ ਤਾਂ ਮੇਰੀ ਕਿਸੇ ਨਾਲ ਦੁਸ਼ਮਣੀ ਹੈ ਤੇ ਨਾ ਹੀ ਮੈਂ ਕਿਸੇ ਨਾਲ ਖਾਰ ਖਾਨਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਪਰਿਵਾਰ ਦੀ ਬਰਬਾਦੀ ਦੇ ਪਿੱਛੇ ਕੌਣ ਹੋ ਸਕਦਾ ਹੈ। ਇਸ ਲਈ ਕੋਮਾ ਦੇ ਵਿੱਚ ਜਾਣ ਦਾ ਪਲਾਨ ਮੈਂ ਬਣਾਇਆ ਸੀ। ਦੂਜੇ ਪਾਸੇ ਸ਼ੇਖਰ ਇਹ ਸਭ ਦੇਖ ਡਰ ਜਾਂਦਾ ਹੈ ਤੇ ਗੁੱਸੇ ਦੇ ਵਿੱਚ ਆਪਣਾ ਜ਼ਹਿਰ ਉਗਲਦਾ ਹੋਇਆ ਕਹਿੰਦਾ ਹੈ ਕਿ ਤੁਸੀਂ ਤਾਂ ਕਦੇ ਮੈਨੂੰ ਪਿਆਰ ਹੀ ਨਹੀਂ ਕੀਤਾ। ਉਸ ਦਿਨ ਮੈਂ ਨੀਰਜ ਨੂੰ ਮਰਵਾਉਣਾ ਚਾਹੁੰਦਾ ਸੀ, ਕਿਉਂਕਿ ਤੁਸੀਂ ਦੋਨੋਂ ਜਣੇ ਨੀਰਜ ਦੇ ਨਾਲ ਹੀ ਜ਼ਿਆਦਾ ਪਿਆਰ ਕਰਦੇ ਹੋ। ਹਰ ਫੈਸਲੇ ਦੇ ਵਿੱਚ ਉਸ ਨੂੰ ਆਪਣੇ ਨਾਲ ਰੱਖਦੇ ਹੋ। ਮੈਨੂੰ ਕਦੇ ਕਾਬਲ ਹੀ ਨਹੀਂ ਸਮਝਿਆ। ਮੇਰਾ ਤਾਂ ਗੁੱਸਾ ਨੀਰਜ ਦੇ ਨਾਲ ਪਹਿਲੇ ਦਿਨ ਤੋਂ ਹੀ ਸੀ। ਮਾਰਨਾ ਸੀ ਇਹਨੂੰ, ਪਰ ਚਲੀ ਮੇਰੀ ਮਾਂ ਗਈ। ਉਸ ਤੋਂ ਬਾਅਦ ਵੀ ਇਹ ਮੇਰੇ ਘਰ ਦੇ ਵਿੱਚ ਮੇਰੇ ਤੇ ਹੀ ਰਾਜ ਕਰ ਰਿਹਾ, ਇਸ ਲਈ ਮੈਂ ਤੁਹਾਡੇ ਸਭ ਨਾਲ ਨਫ਼ਰਤ ਕਰਦਾ। ਉਸ ਦਿਨ ਦਾ ਇਹ ਸਭ ਕੁਝ ਦੇਖ ਸ਼ੇਖਰ ਨੂੰ ਪੁਲਿਸ ਦੇ ਹਵਾਲੇ ਨਾ ਕਰ ਡੀ ਐਡਿਕਸ਼ਨ ਸੈਂਟਰ ਭੇਜ ਦਿੱਤਾ ਜਾਂਦਾ ਹੈ। ਨੀਰਜ ਤੇ ਮੈਂ ਆਪਣਾ ਬਿਜ਼ਨਸ ਇੱਕ ਵਾਰ ਫਿਰ ਤੋਂ ਸੈਟਅਪ ਕਰਦੇ ਹਾਂ। ਨੀਰਜ ਦੇ ਰਿਸ਼ਤਾ ਲੱਭਣ ਦੀ ਤਿਆਰੀ ਵੀ ਜ਼ੋਰਾਂ ਤੇ ਸੀ। ਇਸ ਤੋਂ ਪਹਿਲਾਂ ਕਿ ਮੈਨੂੰ ਕੁਝ ਹੋਰ ਹੋਵੇ, ਮੈਂ ਆਪਣੀ ਇਸ ਜ਼ਿੰਮੇਵਾਰੀ ਤੋਂ ਵੀ ਮੁਕਤੀ ਪਾਉਣਾ ਚਾਹੁੰਦਾ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪੁੱਤਰ ਦੇ ਵੱਲੋਂ ਆਪਣੇ ਮਾਤਾ-ਪਿਤਾ ਦੇ ਨਾਲ ਕੀਤਾ ਇਹ ਵਤੀਰਾ ਸਹੀ ਸੀ, ਜਾਂ ਮਾਤਾ-ਪਿਤਾ ਦੇ ਵੱਲੋਂ ਹੀ ਉਸ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਰਹਿ ਗਈ ਸੀ? ਆਪਣਾ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ, ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।